ਕਿਹੜੇ-ਕਿਹੜੇ ਮਸਲੇ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਜਨਤਾ ਦੇ ਸਰੋਕਾਰ ਦੇ ਵਿੱਚ ਹੱਲ ਹੋਣੇ ਚਾਹੀਦੇ? ਇੱਕ ਜੋ ਸਾਡੇ ਪੰਜਾਬ ਦੇ ਉੱਤੇ ਕਲੰਕ ਲੱਗਿਆ ਹੋਇਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ੇ ਲੈਂਦੇ ਆ, ਨਸ਼ੇੜੀ ਹੈ। ਡਰੱਗਸ ਦੇ ਨਾਲ ਇੱਕ ਮਸਲਾ ਨਹੀਂ, ਕਈ ਮਸਲੇ ਨੇ। ਬੇਰੋਜ਼ਗਾਰੀ ਦੀ ਗੱਲ ਵੀ ਆਮ ਆਦਮੀ ਪਾਰਟੀ ਕਰਦੀ ਹੈ, ਸਿੱਖਿਆ ਸਵਾਸਥਯ ਦਾ ਦਿੱਲੀ ਮਾਡਲ ਦੀ ਗੱਲ ਕਰਦੀ ਆ, ਲੇਕਿਨ ਬਜਟ ਪੇਸ਼ ਕੀਤਾ ਗਿਆ ਜਿੰਨੇ ਕਰੋੜ ਦਾ ਬਜਟ ਸੀਗਾ, ਵਿਰੋਧੀ ਕਹਿੰਦੇ ਨੇ ਕਿ ਖਰਚਾ ਬਹੁਤ ਕਰ ਦਿੱਤਾ। ਬੇਸ਼ੱਕ ਈ ਬਜਟ ਦੀ ਗੱਲ ਕਹੀ, ਸਾਡੀ ਨੀਅਤ ਮਤਲਬ ਸਾਫ਼ ਸੁਥਰੀ ਆ। ਅਕਾਲੀ ਭਾਜਪਾ ਦੀ ਸਰਕਾਰ ਪੰਜਾਬ 'ਚ ਸੀਗੀ, ਹਰਿਆਣਾ ਦੇ ਵਿੱਚ ਜਿਹੜੀ ਸੀ ਉਹ ਭਾਜਪਾ ਦੀ ਸਰਕਾਰ ਸੀ। ਹੱਲ ਹੋ ਸਕਦਾ ਸੀ, ਨਹੀਂ ਹੋਇਆ। ਕੈਪਟਨ ਸਾਹਿਬ ਨੇ ਮੁਲਾਕਾਤ ਕੀਤੀ, ਹੱਲ ਫਿਰ ਵੀ ਨਹੀਂ ਹੋਇਆ। ਤੇ ਤੁਹਾਨੂੰ ਉਮੀਦ ਹੈ ਕਿ ਐਸਵਾਈਐਲ ਦਾ ਜੋ ਇਸ਼ੂ ਚੱਲਿਆ ਹੋਇਆ ਜਾਂ ਪੰਜਾਬ ਹਰਿਆਣਾ ਦਾ 60-40 ਰੇਸ਼ੋ ਦਾ ਜੋ ਇਸ਼ੂ ਚੱਲੇ ਹੋਏ ਨੇ ਉਹ ਹੱਲ ਹੋ ਜਾਣਗੇ ਤੁਹਾਡੀ ਸਰਕਾਰ 'ਚ? ਪੰਜਾਬ ਦੇ ਹਿੱਤਾਂ ਦੇ ਲਈ ਖੜੇ ਆ ਤੇ ਪੰਜਾਬ ਸਾਡੇ ਪੰਜਾਬੀਆਂ ਨੇ ਹਰ ਹਲਕੇ ਤੋਂ ਜਿਤਾ ਕੇ ਸਾਨੂੰ ਇਸ ਲਈ ਭੇਜਿਆ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ, ਮੈਂ ਸੁਨੀਲ ਕੁਮਾਰ ਤੇ ਗੱਲ ਕਰਾਂਗੇ ਅੱਜ ਮੋਗਾ ਦੀ ਵਿਧਾਇਕਾ ਅਮਨਦੀਪ ਦੇ ਨਾਲ, ਕਿਉਂਕਿ ਉਹਨਾਂ ਨੇ ਪੰਜਾਬ ਦੇ ਜਿੱਥੇ ਮਸਲੇ ਚੱਕੇ ਤੇ ਸਥਾਨੀ ਮੁੱਦਿਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਵੀ ਕੀਤੀ। ਤੇ ਇਸ ਵੇਲੇ ਇਸ ਖਾਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਅਮਨਦੀਪ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੇ ਜਿਸ ਤਰੀਕੇ ਨਾਲ ਵਿਰੋਧੀ ਸਵਾਲ ਚੁੱਕ ਰਹੇ ਨੇ, ਬਜਟ ਤੁਸੀਂ ਪੇਸ਼ ਕੀਤਾ ਲੇਕਿਨ ਹਲਕੇ ਦੇ ਮੁੱਦੇ ਵੀ ਤੁਸੀਂ ਬੜੇ ਗਹਿਨਤਾ ਦੇ ਨਾਲ ਸੈਸ਼ਨ ਦੇ ਵਿੱਚ ਚੁੱਕੇ ਤੇ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਵੀ ਕੀਤੀ। ਤੇ ਕਿਹੜੇ-ਕਿਹੜੇ ਮਸਲੇ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਜਨਤਾ ਦੇ ਸਰੋਕਾਰ ਦੇ ਵਿੱਚ ਹੱਲ ਹੋਣੇ ਚਾਹੀਦੇ? ਸਭ ਤੋਂ ਪਹਿਲਾਂ ਤਾਂ ਸਰ ਹੁਣ ਆਈ ਥਿੰਕ ਕਿ ਸਾਨੂੰ ਪੰਜਾਬ ਨੂੰ ਡਰੱਗਸ ਫ੍ਰੀ ਕਰਨਾ ਚਾਹੀਦਾ। ਸੋ ਉਸ 'ਤੇ ਸਾਡੀ ਸਰਕਾਰ ਜਿਹੜੀ ਹੈਗੀ ਆ ਬਹੁਤ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਨੂੰ ਇੱਕ ਜੋ ਸਾਡੇ ਪੰਜਾਬ ਦੇ ਉੱਤੇ ਕਲੰਕ ਲੱਗਿਆ ਹੋਇਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ੇ ਲੈਂਦੇ ਆ, ਨਸ਼ੇੜੀ ਹੈ, ਕਿਤੇ ਨਾ ਕਿਤੇ ਹੱਦ ਤੱਕ ਸਾਡੀ ਜਿਹੜੀ ਪੀੜ੍ਹੀ ਹੈਗੀ ਆ ਉਹ ਇਹਨਾਂ ਡਰੱਗਸ 'ਤੇ ਲੱਗ ਵੀ ਚੁੱਕੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬ ਨੂੰ ਹੁਣ ਡਰੱਗ ਫ੍ਰੀ ਕਰਨਾ ਚਾਹੀਦਾ। ਉਸ ਤੋਂ ਬਾਅਦ ਫਿਰ ਐਜੂਕੇਸ਼ਨ, ਹੈਲਥ ਜਿਹੜੇ ਹੈਗੇ ਆ ਉਹ ਨਾਲ ਦੀ ਨਾਲ ਜਿਹੜੇ ਇਹਨਾਂ ਵਿਸ਼ਿਆਂ ਤੇ ਵੀ ਸਾਨੂੰ ਗੰਭੀਰਤਾ ਦੇ ਨਾਲ ਦੇਖਣਾ ਚਾਹੀਦਾ ਹੈ। ਡਰੱਗਸ ਦਾ ਮਸਲਾ ਤਾਂ ਦੇਖੋ ਅੱਜ ਦਾ ਨਹੀਂ, ਤੁਸੀਂ ਵੀ ਬਾਹਰਲੇ ਮੁਲਕ ਤੋਂ, ਯੂਕਰੇਨ ਤੋਂ ਪੜ੍ਹਾਈ ਕੀਤੀ ਹੈ। ਜਦੋਂ ਤੁਹਾਡੇ ਬਾਰੇ ਪੜ੍ਹ ਰਹੇ ਸੀ, ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋਏ, ਤੇ ਹੁਣ ਡਰੱਗਸ ਦੇ ਨਾਲ ਇੱਕ ਮਸਲਾ ਨਹੀਂ, ਕਈ ਮਸਲੇ ਨੇ। ਬੇਰੋਜ਼ਗਾਰੀ ਦੀ ਗੱਲ ਵੀ ਆਮ ਆਦਮੀ ਪਾਰਟੀ ਕਰਦੀ ਹੈ, ਸਿੱਖਿਆ ਸਵਾਸਥਯ ਦਾ ਦਿੱਲੀ ਮਾਡਲ ਦੀ ਗੱਲ ਕਰਦੀ ਆ, ਲੇਕਿਨ ਬਜਟ ਪੇਸ਼ ਕੀਤਾ ਗਿਆ ਜਿੰਨੇ ਕਰੋੜ ਦਾ ਬਜਟ ਸੀਗਾ, ਵਿਰੋਧੀ ਕਹਿੰਦੇ ਨੇ ਕਿ ਖਰਚਾ ਬਹੁਤ ਕਰ ਦਿੱਤਾ। ਬੇਸ਼ੱਕ ਈ ਬਜਟ ਦੀ ਗੱਲ ਕਹੀ, ਤੇ ਹੁਣ ਈ ਵਿਧਾਨ ਸਭਾ ਦਾ ਮੁੱਦਾ ਵੀ ਤੁਸੀਂ ਕਹਿ ਰਹੇ ਹੋ ਕਿ ਛੇਤੀ ਅਗਲੇ ਸੈਸ਼ਨ ਤੋਂ ਸ਼ੁਰੂ ਕਰ ਦਿੱਤਾ ਜਾਏਗਾ। ਤੇ ਜਿਹੜੇ ਵਿਰੋਧੀ ਸਵਾਲ ਚੁੱਕ ਰਹੇ ਨੇ ਉਹਨਾਂ ਸਵਾਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਕਿ ਬਜਟ ਦੇ ਵਿੱਚ ਜਿਹੜੇ ਖਰਚੇ ਹੋਏ ਨੇ, ਐਡਵਰਟੀਜ਼ਮੈਂਟ ਹੋਈ ਆ? ਸਰ ਦੇਖੋ, ਫਸਟ ਟਾਈਮ ਵਿਧਾਨ ਸਭਾ ਪਹੁੰਚੇ ਸੀਗੇ, ਫਸਟ ਸੈਸ਼ਨ ਸੀ ਸਾਡਾ ਵਿਧਾਇਕ ਚੁਣਨ ਤੋਂ ਬਾਅਦ। ਸੋ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਸਾਬਕਾ ਮੰਤਰੀ ਰਹੇ ਹੋਣ ਜਿਹੜੇ, ਔਰ ਜਿਨ੍ਹਾਂ ਦੇ ਸੈਕਿੰਡ ਟਾਈਮ, ਥਰਡ ਟਾਈਮ ਜਾਂ ਫੋਰਥ ਟਾਈਮ ਜਾਂ ਸ਼ਾਇਦ ਫਿਫਥ ਟਾਈਮ ਵੀ ਵਿਧਾਨ ਸਭਾ ਦੇ ਵਿੱਚ ਆਏ ਹੋਣ, ਜਦੋਂ ਉਹ ਖੜੇ ਹੋ ਕੇ ਕੁਐਸਚਨ ਕਰ ਰਹੇ ਸੀਗੇ ਕਿ ਸੜਕ ਕਦੋਂ ਬਣੇਗੀ ਉਹਨਾਂ ਦੀ, ਔਰ ਉਹਨਾਂ ਦੇ ਬੱਸ ਸਟੈਂਡ ਕਦੋਂ ਬਣਨਗੇ, ਔਰ ਉਹਨਾਂ ਦੇ ਸਕੂਲ ਦੀਆਂ ਬਾਉਂਡਰੀਜ਼ ਜਿਹੜੀਆਂ ਹੈਗੀਆਂ ਨੇ ਉਹ ਤੱਕ ਨਹੀਂ ਬਣੀਆਂ ਹੋਈਆਂ, ਔਰ ਪੀਣ ਵਾਲੇ ਪਾਣੀ ਲਈ ਉਹ ਪੁੱਛ ਰਹੇ ਸੀਗੇ ਸਾਡੇ ਮੰਤਰੀ ਸਾਹਿਬਾਨਾਂ ਤੋਂ ਕਿ ਪੀਣ ਵਾਲਾ ਸਾਫ਼ ਸੁਥਰਾ ਪਾਣੀ ਕਦੋਂ ਮੁਹੱਈਆ ਕਰਵਾ ਕੇ ਦੇਣਗੇ। ਸੋ ਮੈਨੂੰ ਨਹੀਂ ਲੱਗਦਾ ਕਿ ਹੋਰ ਸਵਾਲ ਕੋਈ ਮੈਨੂੰ ਤੁਹਾਨੂੰ ਦੱਸਣ ਦੀ ਜਾਂ ਤੁਹਾਨੂੰ ਪੁੱਛਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਤਾਂ ਪਹਿਲੀ ਵਾਰ ਸੱਤਾ ਦੇ ਵਿੱਚ ਆਏ ਹਾਂ, ਔਰ ਪਹਿਲੀ ਵਾਰ ਮੋਸਟਲੀ ਸਾਡੇ ਜਿਹੜੇ ਵਿਧਾਇਕ ਆ ਪਹਿਲੀ ਵਾਰ ਚੁਣ ਕੇ ਵਿਧਾਨ ਸਭਾ ਗਏ ਆ। ਪਰ ਸਾਡੀ ਨੀਅਤ ਮਤਲਬ ਸਾਫ਼ ਸੁਥਰੀ ਆ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪਿਛਲੇ 70 ਸਾਲਾਂ ਤੋਂ ਪੰਜਾਬ ਦੇ ਜਿਹੜੇ ਪ੍ਰੋਬਲਮਸ ਸੋਲਵ ਨਹੀਂ ਹੋਈਆਂ ਹੈਗੀਆਂ, ਉਹਨਾਂ ਨੂੰ ਅਸੀਂ ਪੂਰੇ ਸ਼ਿੱਦਤ ਦੇ ਨਾਲ ਅਸੀਂ ਲੱਗੇ ਹੋਏ ਆ ਕਿ ਜਲਦ ਤੋਂ ਜਲਦ ਜਿਹੜੇ ਹੈਗੇ ਆ ਬੇਸਿਕ ਨੀਡਸ ਤੱਕ ਨਹੀਂ ਹਜੇ ਸਾਡੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਪੂਰੀਆਂ ਹੋਈਆਂ। ਪਾਣੀ ਹਰ ਇੱਕ ਇਨਸਾਨ ਦੀ ਜਿਹੜੀ ਹੈਗੀ ਹੈ ਬੇਸਿਕ ਨੀਡ ਹੈ। ਹਜੇ ਤੱਕ ਸੜਕਾਂ ਨਹੀਂ ਬਣੀਆਂ ਹੋਈਆਂ। ਹਜੇ ਵੀ ਅਸੀਂ ਗੱਲ ਕਰਦੇ ਹਾਂ, ਕਿਤੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਸਮਾਰਟ ਸਕੂਲ ਇੰਨੇ ਬਣਾਤੇ ਆ, ਦੂਸਰੀ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਕੂਲ ਦੀਆਂ ਸਾਡੇ ਬਾਉਂਡਰੀ ਜਿਹੜੀ ਹੈਗੀ ਆ ਉਹ ਕਦੋਂ ਬਣੇਗੀ, ਕਦੋਂ ਸਾਡੀ ਸੜਕ ਬਣੇਗੀ, ਪੀਣ ਵਾਲਾ ਪਾਣੀ, ਛੱਪੜਾਂ ਦੀ ਗੱਲ ਅਸੀਂ ਹਜੇ ਤੱਕ ਕਰ ਰਹੇ ਹਾਂ ਕਿ ਸਾਡੇ ਛੱਪੜ ਕਦੋਂ ਸਾਫ਼ ਹੋਣਗੇ। ਸੋ ਫਿਰ ਕੁਐਸਚਨ ਪੁੱਛਣ ਦਾ ਤਾਂ ਕੋਈ ਬਣਦਾ ਹੀ ਨਹੀਂ ਗੀ, ਕੋਈ ਤੁੱਕੀ ਨਹੀਂ ਬਣਦੀ। ਦੂਸਰੀ ਗੱਲ ਇਹ ਹੈ ਕਿ ਬਜਟ ਜੇ ਅਸੀਂ ਹੈਲਥ ਦਾ ਦੇਖੀਏ, ਐਜੂਕੇਸ਼ਨ ਦਾ ਦੇਖੀਏ, ਤਾਂ
ਪਹਿਲੀ ਵਾਰ ਹੋਇਆ ਸਾਡੇ ਪੰਜਾਬ ਦੀ, ਕਿਉਂਕਿ ਪਿਛਲੇ 5 ਸਾਲਾਂ ਤੋਂ ਤਾਂ ਮੈਂ ਟੀਵੀ ਤੇ ਹੀ ਦੇਖਦੀ ਸੀਗੀ ਕਿ ਹਮੇਸ਼ਾ ਐਫਐਮ ਬਾਹਰ ਆ ਕੇ ਕਹਿੰਦੇ ਸੀਗੇ ਕਿ ਖਜ਼ਾਨਾ ਖਾਲੀ, ਪੰਜਾਬ ਦੇ ਕੋਲ ਕੁਝ ਹੈ ਹੀ ਨਹੀਂਗਾ, ਪੰਜਾਬ ਤਾਂ ਕਰਜ਼ੇ 'ਚ ਡੁੱਬਿਆ ਹੋਇਆ। ਬੇਸ਼ੱਕ ਪੰਜਾਬ ਕਰਜ਼ੇ 'ਚ ਡੁੱਬਿਆ ਹੋਇਆ, ਪਰ ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਡੇਲੀ ਟੈਕਸ ਪੇ ਕਰ ਰਹੇ ਹੈ। ਸੋ ਉਹ ਟੈਕਸ ਦਾ ਜਿਹੜੇ ਪੈਸਾ ਹੈਗਾ ਉਹ ਲੋਕਾਂ ਤੇ ਲਗਾਉਣਾ ਹੁੰਦਾ ਸਰਕਾਰ ਨੇ। ਤਾਂ ਪਹਿਲੀ ਵਾਰ ਹੋਇਆ। ਤੁਸੀਂ ਵੀ ਦੇਖਿਆ ਕਿ ਹੈਲਥ ਦੇ ਵਿੱਚ, ਅਗਰ ਮੈਂ ਹੈਲਥ ਦੀ ਗੱਲ ਕਰਾਂ ਤਾਂ 15% ਜਿਹੜਾ ਪਿਛਲੇ ਸਾਲ ਨਾਲੋਂ ਬਜਟ ਅਸੀਂ ਵਧਾ ਕੇ ਹੈਲਥ ਦਾ ਪੇਸ਼ ਕੀਤਾ ਹੈ। ਔਰ ਜਿੰਨੇ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕਿਸੇ ਮੁੱਖ ਮੰਤਰੀ ਨੇ ਗੱਲ ਕੀਤੀ ਹੋਵੇ ਮੈਡੀਕਲ ਕਾਲਜਸ ਦੀ, ਕਿਉਂਕਿ ਬਹੁਤ ਸਾਰੇ, ਮੈਂ ਖੁਦ ਜਿਹੜੀ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਯੂਕਰੇਨ ਤੋਂ ਕੀਤੀ ਸੀਗੀ MBBS, ਕਿਉਂਕਿ ਸਾਡੇ ਟਾਈਮ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਬਹੁਤ ਘੱਟ ਸੀਗੇ, ਸੀਟਾਂ ਨਹੀਂ ਸੀ ਮਿਲਦੀਆਂ ਹੁੰਦੀਆਂ MBBS ਦੀ, ਔਰ ਜੋ ਪ੍ਰਾਈਵੇਟ ਮੈਡੀਕਲ ਕਾਲਜਸ ਦੇ ਵਿੱਚ ਡੋਨੇਸ਼ਨ ਸੀਗੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ। ਸੋ ਬੱਚੇ ਪ੍ਰੈਫਰ ਕਰਦੇ ਸੀਗੇ ਕਿ ਫੋਰਨ, ਯੂਰਪ ਤੋਂ ਜਾਂ ਫੋਰਨ ਕੰਟਰੀਜ਼ ਤੋਂ ਜਿਹੜੀ ਹੈਗੀ MBBS ਦੀ ਪੜ੍ਹਾਈ ਉੱਥੇ ਸਸਤੀ ਹੁੰਦੀ ਸੀਗੀ, ਸੋ ਉੱਥੇ ਕਰਕੇ ਆਉਂਦੇ ਸੀਗੇ। ਬਟ ਕਿਸੇ ਵੀ ਸਰਕਾਰ ਨੇ ਇਹ ਨਹੀਂ ਸੀ ਸੋਚਿਆ ਕਿ ਇੱਥੇ ਆਪਣੇ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਕਿਉਂ ਨਹੀਂ ਬਣ ਸਕਦੇ ਹੈਗੇ, ਸਾਡੇ ਬੱਚੇ ਬਾਹਰ ਕਿਉਂ ਜਾਣ, ਕਿਉਂਕਿ ਕਿਤੇ ਨਾ ਕਿਤੇ ਉਹ ਪੈਸਾ ਵੀ ਤੁਹਾਡਾ ਜਿਹੜਾ ਹੈਗਾ ਪੰਜਾਬ ਦਾ ਉਹ ਵੀ ਬਾਹਰ ਜਾ ਰਿਹਾ ਨਾ, ਚਾਹੇ ਉਹ MBBS ਦੀ ਪੜ੍ਹਾਈ ਕਰਨ ਜਾ ਰਹੇ ਆ। ਸੋ ਇੰਡੀਆ ਦੇ ਵਿੱਚ ਹੀ, ਤੁਹਾਡੇ ਪੰਜਾਬ ਦੇ ਵਿੱਚ ਹੀ ਕਿਉਂ ਨਾ ਉਸ ਪੈਸੇ ਦੀ ਜਿਹੜੀ ਹੈਗੀ ਆ ਖਪਤ ਕੀਤੀ ਜਾਵੇ। ਉੱਥੋਂ ਦੇ ਜਿਸ ਜ਼ਿਲ੍ਹੇ ਦੇ ਵਿੱਚ, ਜਿਸ ਸ਼ਹਿਰ 'ਚ ਮੈਡੀਕਲ ਕਾਲਜ ਬਣੇਗਾ ਉਸ ਸ਼ਹਿਰ ਨੂੰ ਵੀ ਬਹੁਤ ਪ੍ਰੋਫਿਟ ਹੋਏਗਾ। ਸੋ ਪਹਿਲੀ ਵਾਰ ਹੋਇਆ ਕਿ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਕਿ 16 ਜ਼ਿਲ੍ਹਿਆਂ ਦੇ ਵਿੱਚ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ ਤਾਂ ਕਿ ਸੀਟਾਂ ਵੀ ਵਧਾਈਆਂ ਜਾਣਗੀਆਂ MBBS ਦੀਆਂ, ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ। ਪਹਿਲੀ ਵਾਰ ਹੋਇਆ ਕਿ ਮਲਟੀ ਸਪੈਸ਼ਲਿਟੀ ਜਿਹੜੇ ਹਸਪੀਟਲ, ਸੁਪਰ ਸਪੈਸ਼ਲਿਟੀ ਹਸਪੀਟਲ ਦੀ ਗੱਲ ਹੋਈ ਹੋਵੇ ਕਿ 4 ਬਣਾਏ ਜਾਣਗੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ ਕਰਜ਼ੇ 'ਚ ਡੁੱਬਿਆ ਹੋਇਆ। ਸੋ ਪਹਿਲੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ, ਕਿਉਂਕਿ ਸਾਡੇ FM ਸਾਹਿਬ ਨੇ ਦੱਸਿਆ ਕਿ ਸਿਰਫ 3 ਮਹੀਨਿਆਂ ਦੇ ਵਿੱਚ ਜਿਹੜੇ ਪੰਜਾਬ ਨੇ ਹੈਗਾ 1500 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਕਰਜ਼ਾ ਵਾਪਸ ਕੀਤਾ। ਸੋ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਜਲਦ ਤੋਂ ਜਲਦ ਅਸੀਂ ਜਿਹੜੀਆਂ ਲੀਕੇਜਸ ਹੈਗੀਆਂ ਬੰਦ ਕਰਕੇ ਪੰਜਾਬ ਦਾ ਰੈਵਨਿਊ ਜਿਹੜਾ ਹੈਗਾ ਉਹ ਵਧਾ ਕੇ, ਅਸੀਂ ਜਿੰਨੀਆਂ ਵੀ ਅਸੀਂ ਗਰੰਟੀਜ਼ ਦਿੱਤੀਆਂ ਨੇ, ਜਿੰਨੇ ਵੀ ਆਮ ਆਦਮੀ ਪਾਰਟੀ ਦੇ, ਸਾਡੇ ਸਾਰਿਆਂ ਪੰਜਾਬੀਆਂ ਦਾ ਸੁਪਨਾ ਕਿ ਪੰਜਾਬ ਦੇ ਵਿੱਚ ਕਿੱਦਾਂ ਦੇ ਸਕੂਲ ਹੋਣੇ ਚਾਹੀਦੇ, ਕਿੱਦਾਂ ਦੇ ਹਸਪੀਟਲਸ ਹੋਣੇ ਚਾਹੀਦੇ ਆ, ਪੰਜਾਬ ਦੇ ਨੌਜਵਾਨਾਂ ਦੇ ਲਈ, ਖੇਡਾਂ ਦੇ ਲਈ ਅਸੀਂ ਸਟੇਡੀਅਮ ਬਣਾਈਏ, ਪਲੇਗਰਾਊਂਡਸ ਬਣਾਈਏ, ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦਈਏ, ਬਿਜਲੀ ਦਈਏ। ਸੋ ਜੋ ਫੈਸਿਲਿਟੀਜ਼ ਬਾਹਰਲੇ ਦੇਸ਼ ਆਪਣੇ ਲੋਕਾਂ ਨੂੰ ਦੇ ਰਿਹਾ, ਸੋ ਅਸੀਂ ਕਿਉਂ ਨਹੀਂ ਦੇ ਸਕਦੇ। ਅਮਨ ਜੀ, ਉਹੀ ਚੀਜ਼ ਤੇ ਮੈਂ ਆਉਣਾ ਚਾਹੂੰਗਾ, ਕਿਉਂਕਿ ਬਾਹਰਲੇ ਮੁਲਕਾਂ ਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ, ਤੁਸੀਂ ਜ਼ਿਕਰ ਵੀ ਕੀਤਾ ਕਿ ਇੱਧਰ ਦਾ ਪੈਸਾ ਵੀ ਉੱਧਰ ਜਾ ਰਿਹਾ, ਪੜ੍ਹਨ ਲਈ ਬਾਹਰ ਜਾ ਰਹੇ ਨੇ, ਨੌਕਰੀ ਲਈ ਬਾਹਰ ਜਾ ਰਹੇ ਨੇ। ਬੜੀ ਸੋਚਣ ਦੀ ਗੱਲ ਆ, ਕਿਉਂਕਿ ਪੂਰੇ ਮੁਲਕ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਗਨੀਪਥ ਦੇ ਵਿਰੋਧ ਦੇ ਵਿੱਚ ਮਤਾ ਪਾਸ ਕੀਤਾ ਗਿਆ, ਉਹਦੇ ਤੇ ਵੀ ਲਾਉਂਗਾ ਸਵਾਲ। ਤੇ ਜੇ ਅਗਰ ਇਹੀ ਚੀਜ਼ ਇੱਥੇ ਕੀਤੀ ਜਾਵੇ, ਬਾਹਰਲੇ ਮੁਲਕਾਂ ਨੂੰ ਜਾ ਰਹੇ ਹੋ, ਪੈਸਾ ਜਾ ਰਿਹਾ, ਸਾਡਾ ਯੂਥ ਬਾਹਰ ਜਾ ਰਿਹਾ, ਅਸੀਂ ਸਾਰੇ ਦੀ ਸਾਰੀ ਪਾਵਰ ਬਾਹਰ ਨੂੰ ਦੇ ਰਹੇ ਹਾਂ, ਤਾਂ ਅਕਾਲੀ ਦਲ ਵੇਲੇ ਇੱਕ ਲੀਡਰ ਦਾ ਮੈਂ ਨਾਂ ਨਹੀਂ ਲਊਂਗਾ, ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਕਿ ਅਸੀਂ ਉਹ ਕੰਟਰੀ ਵਾਂਗ ਪੰਜਾਬ ਨੂੰ ਬਣਾਵਾਂਗੇ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ, ਮੈਂ ਨਾਂ ਵੀ ਦੱਸ ਦਿੰਦਾ। ਤੇ ਕੀ ਪੰਜਾਬ ਦੇ ਵਿੱਚ ਉਹੀ ਚੀਜ਼ ਆਏਗੀ, ਪੰਜਾਬ ਖੁਸ਼ਹਾਲ ਹੋਏਗਾ? ਕਿਉਂਕਿ ਜਿਹੋ ਜਿਹਾ ਗੈਂਗਵਾਰ, ਗੈਂਗਸਟਰ ਕਲਚਰ ਦੇਖਣ ਨੂੰ ਮਿਲ ਰਿਹਾ, ਤੇ ਅਗਨੀਪਥ ਦਾ ਵੀ ਮਤਾ ਪਾਸ ਕੀਤਾ, ਕੀ ਕਹੋਗੇ ਇਹਦੇ? ਸਰ ਬਿਲਕੁਲ ਖੁਆਇਸ਼ ਹੈ ਦਿਲ ਦੀ ਕਿ ਪੰਜਾਬ ਨੂੰ ਜਿਸ ਤਰ੍ਹਾਂ ਦਾ ਅਸੀਂ ਪੰਜਾਬ ਦੇਖਣਾ ਚਾਹੁੰਦੇ ਹਾਂ, ਪੰਜਾਬ ਨੂੰ ਜਲਦੀ ਅਸੀਂ ਉਸ ਤਰ੍ਹਾਂ ਦਾ ਬਣਾਈਏ। ਇਹਦੇ ਲਈ ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਪੰਜਾਬੀ ਸਾਡਾ ਸਾਥ ਜ਼ਰੂਰ ਦੇਣਗੇ। ਗੈਂਗਸਟਰ ਦੀ ਜਿਹੜੀ ਹੈਗੀ ਆ, ਅਗਰ ਅਸੀਂ ਗੱਲ ਕਰੀਏ ਤਾਂ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਜਨਮ ਲੈਣ ਤੋਂ ਬਾਅਦ ਹੀ ਗੈਂਗਸਟਰ ਨਹੀਂ ਬਣ ਜਾਂਦਾ, ਅਤੇ ਨਾ ਹੀ ਕੋਈ ਬੱਚਾ ਡਰੱਗਸ ਲੈਣੇ ਸਟਾਰਟ ਕਰ ਦਿੰਦਾ। ਇਹ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਹੈਗੀਆਂ ਨੇ ਪੁਰਾਣੀਆਂ ਪੋਲੀਟੀਕਲ ਪਾਰਟੀਜ਼, ਉਹਨਾਂ 'ਚ ਇੱਕ ਕਮੀ ਰਹੀ ਹੈ ਕਿ ਅਗਰ ਅਸੀਂ ਉਹ ਬੱਚੇ ਜਿਹੜੇ ਅੱਜ ਜਿਨ੍ਹਾਂ 'ਤੇ ਪੂਰਾ ਮੀਡੀਆ ਵੀ ਜਿਹੜਾ ਧਿਆਨ ਦੇ ਰਿਹਾ, ਜਾਂ ਜੋ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਹੈ, ਜਿਨ੍ਹਾਂ ਨੂੰ ਜਦੋਂ ਕੰਮ ਨਹੀਂ ਹੁੰਦਾ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ, ਅਗਰ ਉਹਨਾਂ ਨੂੰ ਉਦੋਂ ਹੀ ਥਾਪੀਆਂ ਨਾ ਮਿਲਦੀਆਂ ਤੇ ਉਹ ਅੱਜ ਐਡੇ ਐਡੇ ਵੱਡੇ ਗੈਂਗਸਟਰ ਨਾ ਬਣਦੇ। ਸੋ ਕੋਈ ਅਗਰ ਅਸੀਂ ਡਰੱਗਸ 'ਤੇ ਜਦੋਂ ਸਾਨੂੰ ਪਤਾ ਚੱਲਿਆ ਸੀ ਸਰਕਾਰ ਨੂੰ
ਕਿ ਪੰਜਾਬ ਦੇ ਵਿੱਚ ਡਰੱਗਸ ਆ ਗਈ ਹੈ, ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਸਿੰਥੈਟਿਕ ਨਸ਼ੇ ਤੇ ਲੱਗ ਗਏ ਆ। ਸੋ ਉਦੋਂ ਹੀ ਅਗਰ ਕੰਟਰੋਲ ਕਰ ਲਿੱਤਾ ਜਾਂਦਾ ਤੇ ਇਹ ਇੰਨਾ ਨਹੀਂ ਸੀ ਵਧਣਾ। ਤੇ ਕੋਈ ਵੀ ਬੱਚਾ ਪੇਰੈਂਟਸ ਬੜੀ ਜਿਹੜੇ ਆਪਣੇ ਹੱਥ ਪੁੱਟ ਕੇ ਜਾਂ ਪੇਰੈਂਟਸ ਬਹੁਤ ਸੈਕਰੀਫਾਈਸ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਵਧੀਆ ਸਕੂਲਾਂ 'ਚ ਪੜ੍ਹਾਉਣ ਲਈ ਭੇਜਦੇ ਆ। ਹਰ ਮਾਂ ਪਿਓ ਦਾ ਇੱਕ ਸੁਪਨਾ ਹੁੰਦਾ ਕਿ ਸਾਡੇ ਬੱਚੇ ਅੱਛੀ ਐਜੂਕੇਸ਼ਨ ਲੈਣ, ਬਟ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਛੇ ਮੈਡੀਕਲ ਕਾਲਜਸ ਦੇ ਵਿੱਚ, ਡੈਂਟਲ ਕਾਲਜਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਅੱਛੇ ਮਤਲਬ ਉੱਥੇ ਵੀ ਜਿਹੜੇ ਹੈਗੇ ਆ ਨਸ਼ਾ ਪਹੁੰਚ ਚੁੱਕੇ ਆ। ਉੱਥੇ ਵੀ ਲੋਕੀ ਜਿਹੜੇ ਨਸ਼ਾ ਵੇਚਦੇ ਆ ਉਹ ਜਾ ਕੇ ਇਹੋ ਜਿਹੇ ਬੱਚਿਆਂ ਨੂੰ ਲਗਾਉਂਦੇ ਆ ਕਿ ਇਹਨਾਂ ਦੇ ਕੋਲ ਪੈਸੇ ਆਏ ਉਹ ਕਰਨ। ਸੋ ਫਿਰ ਇਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਸਾਡੇ ਸਿਸਟਮ ਦੀ ਕਮੀ ਰਹੀ ਹੈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਹੀ ਨਹੀਂ ਅਸੀਂ ਕਰਕੇ ਦਿਖਾਵਾਂਗੇ ਕਿ ਪੰਜਾਬ ਨੂੰ ਜਿਹੜੇ ਇਹ ਸਾਡੇ ਪੰਜਾਬ ਦੇ ਉੱਤੇ ਇੱਕ ਨਸ਼ੇ ਵਾਲਾ ਕਲੰਕ ਲੱਗਿਆ, ਇਹਨੂੰ ਅਸੀਂ ਜਲਦੀ ਜਿਹੜਾ ਹੈਗਾ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈਏ। ਤੇ ਜੋ ਸੁਪਨੇ ਅਸੀਂ ਦੇਖੇ ਆ ਪੰਜਾਬ ਦੇ ਲਈ, ਉਹਨਾਂ ਨੂੰ ਜਲਦ ਹੀ ਅਸੀਂ ਉਹ ਵਾਲਾ ਪੰਜਾਬ ਦੇਖੀਏ ਕਿ ਵਾਕਈ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਫਿਰ ਤੋਂ ਸਾਰੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਆ। ਤੇ ਬੱਚੇ ਜਿਹੜੇ ਜਿੰਨੇ ਬੱਚੇ ਆਈਲੈਟਸ ਕਰਕੇ ਹੁਣ ਕੈਨੇਡਾ ਜਾ ਰਹੇ ਆ, ਕੋਈ ਆਸਟ੍ਰੇਲੀਆ ਜਾ ਰਿਹਾ, ਫੋਰਨ ਕੰਟਰੀਜ਼ ਜਾ ਰਹੇ ਆ, ਉਹ ਬੱਚੇ ਜਦੋਂ ਇੱਕ ਵਾਰ ਚਲੇ ਜਾਂਦੇ ਆ ਫਿਰ ਉਹ ਵਾਪਸ ਨਹੀਂ ਆਉਂਦੇ। ਕਿਉਂ? ਫਿਰ ਉਹ ਆਪਣੀ ਪ੍ਰੋਪਰਟੀ ਜਿਹੜੀ ਹੈਗੀ ਆ 2-3 ਵਾਰ ਆਉਂਦੇ ਆ ਇੰਡੀਆ ਵਾਪਸ, ਮੈਰਿਜ ਕਰਵਾਉਣ ਲਈ ਆਉਣਗੇ ਜਾਂ ਫਿਰ ਆਪਣੀ ਪ੍ਰੋਪਰਟੀ ਸੇਲ ਕਰਨ ਦੇ ਲਈ ਆਉਂਦੇ ਆ। ਕਿਉਂਕਿ NRIs ਨੂੰ ਇਹ ਵੀ ਬਹੁਤ ਕੰਪਲੇਂਟਸ ਸਾਨੂੰ ਹੁਣ ਵੀ ਆਉਂਦੀਆਂ ਕਿ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਪਰਟੀ ਤੇ ਕੋਈ ਹੋਰ ਕਬਜ਼ਾ ਕਰ ਲੈਂਦਾ ਜਾਂ ਇੱਦਾਂ ਦਾ ਬੜਾ ਕੁਝ ਹੋਇਆ ਪੰਜਾਬ ਦੇ ਵਿੱਚ। ਸੋ ਕਿਤੇ ਨਾ ਕਿਤੇ ਅਗਰ ਇੱਦਾਂ ਹੀ ਸਿਸਟਮ ਚੱਲਦਾ ਰਿਹਾ ਤਾਂ ਸਾਡੇ ਪੰਜਾਬ ਦੇ ਵਿੱਚ ਫਿਰ ਪੰਜਾਬੀ ਕਿੱਥੋਂ ਰਹਿ ਜਾਣਗੇ। ਦੂਜੀ ਗੱਲ, ਤੁਸੀਂ ਮੈਡੀਕਲ ਲਾਈਨ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ, ਆਪ ਤੁਸੀਂ ਪੜ੍ਹਾਈ ਵੀ ਕਰੀ ਆ। ਪੁੱਛਣਾ ਚਾਹੂੰਗਾ, ਕਾਂਗਰਸ ਸਰਕਾਰ ਵੇਲੇ ਤੁਸੀਂ ਗੱਲ ਕਹੀ ਖਜ਼ਾਨਾ ਖਾਲੀ ਸੀ, ਖਜ਼ਾਨਾ ਮੰਤਰੀ ਕਹਿੰਦੇ ਰਹੇ। ਉਸ ਤੋਂ ਪਹਿਲਾਂ ਅਕਾਲੀ ਦਲ ਵਾਲੇ ਸੀ ਤਾਂ ਕਹਿੰਦੇ ਕਰਜ਼ਾ ਉਹਨਾਂ ਨੇ ਸਭ ਕੁਝ ਵੇਚਤਾ, ਇਹ ਗੱਲ ਵਿਰੋਧੀ ਕਹਿੰਦੇ ਰਹੇ। ਹੁਣ ਤੁਹਾਡੇ ਹਲਕੇ ਤੇ ਆਊਂਗਾ, ਆਯੁਸ਼ਮਾਨ ਯੋਜਨਾ ਦੇ ਤਹਿਤ ਉੱਥੇ ਇੱਕ ਹਸਪਤਾਲ ਬਣਾਇਆ ਗਿਆ ਕਾਂਗਰਸ ਸਰਕਾਰ ਦੇ ਵੇਲੇ, ਤੇ ਅਜੇ ਤੱਕ ਉਹ ਸ਼ੁਰੂ ਨਹੀਂ ਹੋਇਆ। ਇਹੋ ਜਿਹੇ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਪਿਛਲੀ ਸਰਕਾਰ ਨੇ ਬਣਾਈਆਂ ਨੇ, ਅਜੇ ਸ਼ੁਰੂ ਨਹੀਂ ਹੋਈਆਂ। ਵਿੱਚ ਜੇ ਕਾਂਗਰਸ ਵੀ ਕਹਿਣ ਲੱਗ ਪਈ ਕਰੋਨਾ ਦਾ ਕਾਲ ਸੀ, ਅਸੀਂ ਕੁਝ ਕਰ ਨਹੀਂ ਪਾਏ ਤੇ ਸ਼ਾਇਦ ਇਸ ਕਰਕੇ ਸੀਟਾਂ ਨਹੀਂ ਆਈਆਂ। ਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਚੀਜ਼ਾਂ ਬਣਾਈਆਂ ਹੋਈਆਂ ਨੇ, ਉਹਨਾਂ ਦੀ ਸ਼ੁਰੂਆਤ ਕਦੋਂ ਤੱਕ ਹੋ ਜਾਏਗੀ? ਸਰ ਸਾਡੇ ਮੋਗਾ ਦੇ ਵਿੱਚ ਹਸਪੀਟਲ ਇੱਕ ਬਣਿਆ, ਉਹਦੇ ਆਯੁਰਵੈਦਿਕ ਜਿਹੜਾ ਹੈਗਾ ਉਹ ਹਸਪੀਟਲ ਬਣਾਇਆ ਗਿਆ, ਜਿਸ ਤਰ੍ਹਾਂ ਮੈਨੂੰ ਸੁਣਨ ਦੇ ਵਿੱਚ ਪਤਾ ਚੱਲਿਆ, ਕੇਂਦਰ ਸਰਕਾਰ ਦੀ ਯੋਜਨਾ। ਉੱਥੇ ਹਜੇ ਤੱਕ ਜਿਹੜਾ ਹੈਗਾ ਫਰਨੀਚਰ ਤੇ ਸਟਾਫ ਦੀ ਕਮੀ ਆ, ਉੱਥੇ ਫਰਨੀਚਰ ਹੈ ਨਹੀਂਗਾ। ਸੋ ਉੱਥੇ ਇਕਵਿਪਮੈਂਟਸ ਹੈ ਨਹੀਂਗੇ, ਉੱਥੇ ਸਟਾਫ ਜਿਹੜਾ ਹੈਗਾ, ਸਾਨੂੰ ਉਹਦੇ ਲਈ ਡਾਕਟਰਸ ਵੀ ਚਾਹੀਦੇ ਆ। ਬਟ ਮੈਂ ਰਿਕੁਐਸਟ ਕੀਤੀ ਹੈ, ਸਾਡੇ ਸਿਹਤ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਗਰ ਅਸੀਂ ਉਹ ਜਿਹੜਾ ਉਹਦਾ ਫਸਟ ਫਲੋਰ ਹੈ, ਕਿਉਂਕਿ ਸਾਡੀ ਮੋਗਾ ਸ਼ਹਿਰ ਦਾ ਜਿਹੜਾ ਹੈਗਾ ਸਿਵਲ ਹਸਪੀਟਲ ਉਹ ਸਿਟੀ ਦੇ ਸੈਂਟਰ ਦੇ ਵਿੱਚ ਹੈ, ਤੇ ਜਾਂ ਤਾਂ ਫਾਟਕ ਕ੍ਰਾਸ ਕਰਕੇ ਜਾਣਾ ਪੈਂਦਾ ਉੱਥੇ, ਜਦੋਂ ਫਾਟਕ ਲੱਗ ਜਾਂਦੇ ਆ ਟ੍ਰੈਫਿਕ ਬਹੁਤ ਹੋ ਜਾਂਦਾ, ਜਾਂ ਫਿਰ ਇੱਕ ਨੀਮਾ ਪੁਲ ਹੈਗਾ ਸਾਡੇ ਉੱਥੋਂ ਦੀ ਜਾਣਾ ਪੈਂਦਾ। ਲੇਕਿਨ ਉਹ ਮੇਨ ਬਾਜ਼ਾਰ ਹੋਣ ਕਰਕੇ ਉੱਥੇ ਜਿਹੜੇ ਰਸ਼ ਇੰਨਾ ਹੋ ਜਾਂਦਾ ਗੱਡੀਆਂ ਦਾ ਕਿ ਕ੍ਰਾਸ ਕਰਨ ਲਈ ਜਾਂ ਤੁਹਾਨੂੰ ਸਿਵਲ ਹਸਪੀਟਲ ਪਹੁੰਚਣ ਤੱਕ ਹੀ ਜਿਹੜਾ ਸਿਰਫ 2 ਜਾਂ 3 ਮਿੰਟ ਦਾ ਰਸਤਾ ਹੁੰਦਾ, ਉਹ ਤੇ 15-20 ਮਿੰਟ ਜਾਂ ਉਸ ਤੋਂ ਵੀ ਜ਼ਿਆਦਾ ਟਾਈਮ ਲੱਗ ਜਾਂਦਾ। ਸੋ ਫਸਟ ਫਲੋਰ ਨੂੰ ਅਸੀਂ ਟਰਾਮਾ ਸੈਂਟਰ ਉੱਥੇ ਜਿਹੜਾ ਹੈਗਾ ਉਹ ਬਣਾ ਸਕੀਏ। ਬਟ ਪ੍ਰੋਬਲਮ ਇੱਥੇ ਆਈ ਕਿ ਸਟਾਫ ਦੀ ਬਹੁਤ ਕਮੀ ਹੈ। ਜਿੰਨਾ ਸਟਾਫ ਸਿਵਲ ਹਸਪੀਟਲ ਦੇ ਵਿੱਚ ਹੋਣਾ ਚਾਹੀਦਾ ਸੀਗਾ, ਸਾਡੇ ਅਗਰ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਟੀਚਰਸ ਹੈ ਨਹੀਂ ਸੀ। ਅਗਰ ਅਸੀਂ ਹਸਪੀਟਲਸ ਦੀ ਗੱਲ ਕਰੀਏ ਤਾਂ ਉੱਥੇ ਡਾਕਟਰਸ ਹੈ ਨਹੀਂ। ਹਜੇ ਤੱਕ ਸਾਡੇ ਸਿਵਲ ਹਸਪੀਟਲ ਜਿਹੜੇ ਹੈਗੇ MD ਮੈਡੀਸਿਨ ਦੇ ਡਾਕਟਰ ਹੈ ਨਹੀਂ ਸੀਗੇ। ਅਸੀਂ ਹੁਣ ਵਾਕ ਇਨ ਇੰਟਰਵਿਊ ਜਿਹੜੀ ਹੈਗੀ ਆ ਉਹ ਕੱਢੀ ਹੈ ਕਿ ਡਾਕਟਰਸ ਆ ਕੇ ਅਪਲਾਈ ਕਰਨ ਤੇ ਉਹਨਾਂ ਨੂੰ, ਤਾਂ ਕਿ ਅਸੀਂ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਹੈਗੇ ਆ MD ਮੈਡੀਸਿਨ ਡਾਕਟਰ ਲੈ ਕੇ ਆ ਸਕੀਏ। ਬੜਾ ਮਸਲਾ ਉੱਠ ਰਿਹਾ ਤੁਹਾਡੇ ਹਲਕੇ ਦੇ ਵਿੱਚ ਵੀ ਤੇ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ। ਤੁਸੀਂ ਆਮ ਆਦਮੀ ਪਾਰਟੀ ਨੇ ਗੱਲ ਕਹੀ ਕਿ ਪੰਜਾਬ ਦੇ ਵਿੱਚ ਦਿੱਲੀ ਮਾਡਲ ਲੈ ਕੇ ਆਇਆ ਜਾਵੇਗਾ। ਮਾਡਲ ਬੇਸ਼ੱਕ ਲਿਆ ਕੇ ਆਏ, ਤੇ ਹੁਣ ਜਿਹੜੇ ਮੈਡੀਕਲ ਦੇ ਵਿੱਚ ਉੱਥੇ ਮੁਹੱਲਾ ਕਲੀਨਿਕ ਨੇ ਦਿੱਲੀ ਦੇ ਵਿੱਚ, ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਕਰਨ ਦੀ ਗੱਲ ਕਹਿ ਰਹੇ ਨੇ, ਕਿੱਥੇ ਕਿੱਥੇ ਚੱਲ ਵੀ ਰਹੀ ਆ ਕਾਰਵਾਈ। ਤੇ ਉਹਦੇ ਤੇ ਬਿਹਾਫ ਤੇ ਜਿਹੜੇ ਦੂਜੇ ਡਾਕਟਰ ਨੇ, ਪ੍ਰੈਕਟਿਸ ਕਰਨ ਵਾਲੇ ਨੇ ਮੈਡੀਕਲ ਪ੍ਰੈਕਟਿਸ, ਉਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਤੇ 1963 ਤੋਂ ਬਾਅਦ RMP ਨਹੀਂ ਹੋਏ,
ਤੇ ਉਹ ਕੀ ਲੱਗਦਾ ਕਿ ਉਹ ਚੀਜ਼ਾਂ ਦੁਬਾਰਾ ਤੋਂ ਹੋਣੀਆਂ ਚਾਹੀਦੀਆਂ ਜਾਂ ਕਿਸੇ ਨਾਲ ਧੱਕਾ ਨਾ ਹੋਵੇ ਮੁਹੱਲਾ ਕਲੀਨਿਕ ਨਾਲ? ਦੇਖੋ ਧੱਕਾ ਤਾਂ ਕਿਸੇ ਨਾਲ ਵੀ ਨਹੀਂਗਾ ਸਰ। ਗੱਲ ਇੱਥੇ ਹੁੰਦੀ ਆ ਆਪਣੀ ਲੋਕਾਂ ਨੂੰ ਫੈਸਿਲਿਟੀਜ਼ ਦੇਣ ਦੀ। ਗੱਲ ਇੱਥੇ ਹੋ ਰਹੀ ਹੈ ਕਿ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਸੀਗੀਆਂ, ਉਹ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਦੀ ਮੈਂ ਬਾਰ-ਬਾਰ ਸਾਰਿਆਂ ਨੂੰ ਇਹੀ ਦੱਸ ਰਹੀ ਹਾਂ ਕਿ ਮੁਹੱਲਾ ਕਲੀਨਿਕ ਦਾ ਇਹ ਫਾਇਦਾ ਹੋਏਗਾ ਕਿ ਮੁਹੱਲਾ ਕਲੀਨਿਕ ਦੇ ਵਿੱਚ ਲੈਬਸ ਹੋਣਗੀਆਂ ਕਿ ਜਿੱਥੇ ਜਿਹੜੇ ਹੈਗੇ ਆ ਪੇਸ਼ੈਂਟ, ਅਗਰ ਅਸੀਂ ਸਰਕਾਰੀ ਡਿਸਪੈਂਸਰੀਜ਼ ਦੀ ਗੱਲ ਕਰੀਏ, ਜਿਹੜੀਆਂ ਰੂਰਲ ਡਿਸਪੈਂਸਰੀਜ਼ ਸਾਡੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ, ਹਜੇ ਤੱਕ ਗਵਰਨਮੈਂਟ ਨੇ ਉੱਥੇ ਲੈਬਸ ਨਹੀਂ ਸੀ ਬਣਾ ਕੇ ਦਿੱਤੀਆਂ ਹੋਈਆਂ। ਉੱਥੇ ਡਿਸਪੈਂਸਰੀਜ਼ ਦੇ ਵਿੱਚ ਇਕੁਇਪਮੈਂਟਸ, ਮਾਡਰਨ ਅਗਰ ਅਸੀਂ ਇਕੁਇਪਮੈਂਟਸ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈ। ਉੱਥੇ ਸਿਰਫ ਇੱਕ ਰੂਮ ਬਣਾ ਕੇ, ਮੈਂ ਸੱਚਾਈ ਦੱਸ ਰਹੀ ਹਾਂ ਕਿਉਂਕਿ ਮੇਰੇ ਹਸਬੈਂਡ ਰੂਰਲ ਮੈਡੀਕਲ ਆਫਿਸਰ ਹੈ, ਮੋਗਾ ਜ਼ਿਲ੍ਹਾ ਦੇ ਨੋਡਲ ਆਫਿਸਰ ਹੈ। ਸੋ ਉੱਥੇ ਇੱਕ ਕਮਰੇ ਦੇ ਵਿੱਚ ਇੱਕ ਟੇਬਲ ਲਗਾ ਕੇ ਸਿਰਫ ਬੀਪੀ ਆਪਰੇਟਸ ਦੇ ਕੇ ਡਾਕਟਰ ਤਾਂ ਪੂਰਾ ਟ੍ਰੀਟਮੈਂਟ ਨਹੀਂ ਕਰ ਸਕਦੇ। ਉਹਨਾਂ ਨੂੰ ਵੀ ਪੂਰੀ ਜਿਹੜੀਆਂ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਨੇ। ਪੇਸ਼ੈਂਟ ਜਦੋਂ ਆਉਂਦੇ ਆ, ਸੋ ਮੋਸਟਲੀ ਲੋਕੀ ਡਾਇਬਟਿਕ ਹੁੰਦੇ ਆ, ਹਾਈਪਰਟੈਂਸ਼ਨ ਹੁੰਦੀ ਹੈ। ਚਲੋ ਬੀਪੀ ਤਾਂ ਤੁਸੀਂ ਮੈਜਰ ਕਰ ਸਕਦੇ ਹੋ, ਬਟ ਜਿਹੜੇ ਡਾਇਬਟਿਕ ਪੇਸ਼ੈਂਟ ਆ ਉਹਨਾਂ ਦੇ ਤੁਹਾਨੂੰ RFTs ਵੀ ਦੇਖਣੇ ਪੈਂਦੇ ਆ, ਰੀਨਲ ਫੰਕਸ਼ਨ ਟੈਸਟ ਵੀ ਕਰਾਉਣਾ ਪੈਂਦਾ, ਤਾਂ ਤੁਹਾਨੂੰ CVC RBS ਵੀ ਕਰਵਾਉਣਾ ਪੈਂਦਾ। ਸੋ ਉਹ ਟੈਸਟ ਦੇ ਲਈ ਡਾਕਟਰਸ ਜਦੋਂ ਐਡਵਾਈਜ਼ ਕਰਕੇ ਦਿੰਦੇ ਆ ਪੇਸ਼ੈਂਟ ਨੂੰ, ਸੋ ਕਈ ਲੋਕੀ ਤਾਂ ਕਰਵਾ ਹੀ ਨਹੀਂ ਸੀ ਪਾਉਂਦੇ। ਬੀਬੀਆਂ ਤਾਂ ਮੋਸਟਲੀ ਸਾਡੇ ਪੰਜਾਬ ਦੀਆਂ ਵਿਚਾਰੀਆਂ ਇੰਨਾ ਆਪਣੇ ਘਰਦਿਆਂ ਦਾ ਸੋਚਦੀਆਂ, ਉਹਨਾਂ ਨੂੰ ਲੱਗਦਾ ਕਿ 400-500 ਰੁਪਇਆ ਜਾਂ 1000 ਰੁਪਇਆ ਟੈਸਟ ਤੇ ਲੱਗੇਗਾ, ਉਹ ਕਰਵਾਉਂਦੀਆਂ ਹੀ ਨਹੀਂ ਗੀਆਂ ਟੈਸਟ। ਸੋ ਮੁਹੱਲਾ ਕਲੀਨਿਕਸ ਦੇ ਵਿੱਚ ਲੈਬਸ ਬਣ ਗਈਆਂ ਜਿੱਥੇ ਤੁਸੀਂ ਆਪਣੇ ਸਾਰੇ ਰੂਟੀਨ ਬਲੱਡ ਟੈਸਟ ਜਿਹੜੇ ਹੈਗੇ ਆ ਤੁਸੀਂ ਕਰਵਾ ਸਕਦੇ ਹੋ। ਈਵਨ ਅਸੀਂ ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਆਪਣੇ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ, ਅਗਰ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣੇ ਰੂਟੀਨ ਬਲੱਡ ਟੈਸਟ ਕਰਵਾ ਕੇ ਆਪਣਾ ਜਿਹੜੇ ਹੈਗਾ ਜਾਂਚ ਕਰਵਾਉਂਦੇ ਰਹੋ, ਤਾਂ ਕਿ ਅਗਰ ਕੋਈ ਡਾਇਬਟਿਕ ਪੇਸ਼ੈਂਟ ਆਉਂਦਾ ਤੇ ਡਾਕਟਰ ਤਾਂ ਮੈਡੀਸਿਨ ਤਾਂ ਹੀ ਦੇ ਪਾਏਗਾ ਨਾ ਅਗਰ ਉਹਨਾਂ ਦੀ RBS ਸਾਨੂੰ ਪਤਾ ਚੱਲੇਗੀ ਜਾਂ ਉਹਨਾਂ ਦੀ ਫਾਸਟਿੰਗ ਬਲੱਡ ਸ਼ੂਗਰ ਅਸੀਂ ਕਰਵਾ ਕੇ ਵੇਖਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੀ ਕਮੀ ਰਹੀ ਹੈ ਉਹ ਚੀਜ਼ਾਂ ਪੂਰੀਆਂ ਕਰ ਰਹੇ ਆ। ਮੁਹੱਲਾ ਕਲੀਨਿਕ ਦੇ ਵਿੱਚ ਇਹ ਵੀ ਹੋਏਗਾ ਕਿ ਮੁਹੱਲੇ ਦੇ ਵਿੱਚ ਜਦੋਂ ਕਲੀਨਿਕਸ ਬਣ ਜਾਣਗੀਆਂ, ਉਹਦੇ ਨਾਲ ਅਗਰ ਤੁਹਾਨੂੰ ਛੋਟੀ ਮੋਟੀ ਵੀ ਕੋਈ ਪ੍ਰੋਬਲਮ ਆ ਰਹੀ ਹੈ, ਲੋਕੀ ਡਿਲੇ ਨਹੀਂ ਕਰਨਗੇ, ਈਜ਼ਲੀ ਅਪਰੋਚੇਬਲ ਹੋਏਗਾ। ਸੋ ਜਾ ਕੇ ਵਿਜ਼ਿਟ ਕਰ ਲੈਣਗੇ ਡਾਕਟਰਸ ਨੂੰ। ਅੱਛਾ ਡਾਕਟਰ ਸਾਹਿਬ, ਹੁਣ 3 ਵੱਡੇ ਅਹਿਮ ਮਸਲੇ ਨੇ, ਬਿਜਲੀ ਦਾ, ਪਾਣੀ ਦਾ ਤੇ ਪੜ੍ਹਾਈ ਦਾ। PU ਦੇ ਵਿੱਚ ਮਸਲਾ ਵਿਧਾਨ ਸਭਾ ਦੇ ਵਿੱਚ ਉੱਠਿਆ। ਹਰਿਆਣਾ ਦੇ ਵਿੱਚ ਕਹਿ ਰਹੇ ਨੇ ਕਿ ਜੋ ਪੰਜਾਬ ਸਰਕਾਰ ਨੇ ਵਿਧਾਨ ਸਭਾ 'ਚ ਵਿਧਾਇਕਾਂ ਨੇ ਗੱਲਾਂ ਕਹੀ ਜਾਂ ਜੋ ਮਤਾ ਪਾਇਆ ਉਹ ਅਸੰਵਿਧਾਨਿਕ। ਕੀ ਕਹੋਗੇ? ਸਰ ਦੇਖੋ, ਬੱਚੇ ਇੰਨੀ ਦਿਨਾਂ ਤੋਂ ਜਿਹੜੇ ਹੈਗੇ ਆ ਉਹ ਬੈਠੇ ਹੈ, ਔਰ ਉਦੋਂ ਕੇਂਦਰ ਸਰਕਾਰ ਨੇ ਕਿਉਂ ਨਹੀਂ ਸਪਸ਼ਟੀਕਰਨ ਦਿੱਤਾ ਕਿ ਜਿਹੜਾ ਇਹ ਮਤਾ ਅਸੀਂ ਪਾਇਆ ਹੀ ਨਹੀਂ ਹੈਗਾ, ਹੈ ਨਾ। ਸੋ ਕਿੰਨੇ ਦਿਨਾਂ ਤੋਂ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ। ਉੱਥੋਂ ਦੇ ਜਿਹੜੇ ਯੂਨੀਵਰਸਿਟੀ ਦੇ ਯੂਥ ਦੇ ਪ੍ਰੈਜ਼ੀਡੈਂਟ ਹੈ, ਉਹ ਕਿੰਨੇ ਦਿਨਾਂ ਤੋਂ ਕਾਨਫਰੰਸ ਕਰ ਰਹੇ ਆ, ਉਹ ਕਿੰਨੇ ਦਿਨਾਂ ਤੋਂ ਸੰਘਰਸ਼ ਕਰ ਰਹੇ ਸੀਗੇ। ਸੋ ਜਦੋਂ ਉਦੋਂ ਹੀ ਕਿਉਂ ਨਹੀਂ ਸਪਸ਼ਟੀਕਰਨ ਦੇ ਦਿੱਤਾ ਗਿਆ ਸੀਗਾ ਕਿ ਸਾਡੇ ਵੱਲੋਂ ਤਾਂ ਇਹ ਕੋਈ ਮਤਾ ਹੀ ਹੈ ਨਹੀਂਗਾ। ਬਾਰ-ਬਾਰ ਵਿਰੋਧੀ ਦਲ ਵੱਲੋਂ ਕੁਐਸਚਨ ਚੁੱਕੇ ਜਾ ਰਹੇ ਸੀਗੇ। ਇਹ ਗੱਲ ਕਹਿ ਕੇ ਇੱਕ ਵਾਰ ਕਰਕੇ ਫਿਰ ਪੰਜਾਬ ਦਾ ਕੀ ਬਾਰ-ਬਾਰ ਟੈਸਟ ਲਿੱਤਾ ਜਾਂਦਾ ਹੈ। ਪਹਿਲਾਂ ਕਿਸਾਨੀ ਜਿਹੜੇ ਹੈਗੇ ਆ, ਕਿਸਾਨ ਕਾਨੂੰਨ ਜਿਹੜੇ ਹੈਗੇ ਆ ਉਹ ਪੰਜਾਬ ਤੇ ਥੋਪ ਦਿੱਤੇ ਗਏ, ਪੂਰੇ ਹਿੰਦੁਸਤਾਨ ਤੇ ਜਿਹੜੇ ਸੀਗੇ ਥੋਪੇ ਗਏ। ਬਾਅਦ ਦੇ ਵਿੱਚ ਪੂਰੇ ਜਿਹੜਾ ਹਿੰਦੁਸਤਾਨ ਦੇ ਕਿਸਾਨ ਤਕਰੀਬਨ 1.25 ਸਾਲ ਦਿੱਲੀ ਬਾਰਡਰ ਤੇ ਬੈਠੇ ਰਹੇ। ਤਕਰੀਬਨ 700 ਕਿਸਾਨਾਂ ਨੇ ਸ਼ਹੀਦੀਆਂ ਪਾਈਆਂ। ਬਾਅਦ ਦੇ ਵਿੱਚ ਉਹ ਕਾਨੂੰਨ ਜਿਹੜੇ ਲੱਤੇ ਉਹ ਵਾਪਸ ਲੈ ਲਏ। ਤੇ ਫਿਰ ਜਿਹੜੀ ਹੈਗੀ ਆ, ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵੀ ਹੁਣ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਤਾਂ ਪੰਜਾਬ ਦਾ ਹੈ ਹੀ ਨਹੀਂਗਾ। ਅਗਰ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਉਹਦੇ ਤੇ ਵੀ ਕਹਿੰਦੇ ਕਿ ਵੀ ਪੰਜਾਬ ਦਾ ਹੱਕ ਹੈ ਨਹੀਂਗਾ। ਸੋ ਇਹ ਗੱਲ ਤਾਂ ਦੇਖੋ, ਜਦੋਂ ਪੰਜਾਬ ਲੜਨ ਦੇ ਲਈ ਤਿਆਰ ਹੋ ਜਾਂਦਾ ਫਿਰ ਉਹ ਗੱਲ ਤੋਂ ਮੁੱਕਰ ਜਾਂਦੇ ਆ। ਸੋ ਇਹ ਕੀ ਮਤਲਬ ਬਾਰ-ਬਾਰ ਸਾਡਾ ਪੰਜਾਬੀਆਂ ਦਾ ਇਮਤਿਹਾਨ ਲਿੱਤਾ ਜਾਂਦਾ ਸਾਡੇ ਸਬਰ ਦਾ। ਇਮਤਿਹਾਨ ਦੀ ਗੱਲ ਨਹੀਂ, ਦੇਖੋ ਕੁਛ ਇੱਕ ਚੀਜ਼ਾਂ ਨੈਚੁਰਲ ਹੁੰਦੀਆਂ ਨੇ, ਪਾਣੀ ਨੈਚੁਰਲ ਆ, ਸਮਝਣ ਦੀ ਕਿਤੇ ਨਾ ਕਿਤੇ ਸਾਨੂੰ ਵੀ ਲੋੜ ਆ। ਤੇ ਕਹਿੰਦੇ ਜਦੋਂ ਗੱਲਬਾਤ ਕਰਾਂਗੇ ਤਾਂ ਕੋਈ ਹੱਲ ਨਿਕਲੇਗਾ। ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜੇਕਰ ਵਿਅਕਤੀਗਤ ਤੌਰ ਤੇ ਹਰਿਆਣਾ CM ਨਾਲ ਗੱਲਬਾਤ ਕਰੋ, ਕਿਉਂਕਿ ਕੈਪਟਨ ਸਾਹਿਬ ਨੇ ਵੀ ਕੀਤੀ, ਉਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਪੰਜਾਬ 'ਚ ਸੀਗੀ, ਹਰਿਆਣਾ ਦੇ ਵਿੱਚ ਜਿਹੜੀ ਸੀ ਉਹ ਭਾਜਪਾ ਦੀ ਸਰਕਾਰ ਸੀ, ਹੱਲ ਹੋ ਸਕਦਾ ਸੀ, ਨਹੀਂ ਹੋਇਆ। ਕੈਪਟਨ ਸਾਹਿਬ ਨੇ ਮੁਲਾਕਾਤ ਕੀਤੀ, ਹੱਲ ਫਿਰ ਵੀ ਨਹੀਂ ਹੋਇਆ। ਤੇ ਤੁਹਾਨੂੰ ਉਮੀਦ ਹੈ ਕਿ SYL ਦਾ ਜੋ ਇਸ਼ੂ ਚੱਲਿਆ ਹੋਇਆ ਜਾਂ ਪੰਜਾਬ ਹਰਿਆਣਾ ਦਾ 60-40 ਰੇਸ਼ੋ ਦਾ ਜੋ ਇਸ਼ੂ ਚੱਲੇ ਹੋਏ ਨੇ ਉਹ ਹੱਲ ਹੋ ਜਾਣਗੇ ਤੁਹਾਡੀ ਸਰਕਾਰ 'ਚ?
ਸਰ ਪੂਰੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਹਿੱਤਾਂ ਦੇ ਲਈ ਖੜੇ ਹਾਂ ਤੇ ਸਾਡੇ ਪੰਜਾਬੀਆਂ ਨੇ ਹਰ ਹਲਕੇ ਤੋਂ ਜਿਤਾ ਕੇ ਸਾਨੂੰ ਇਸ ਲਈ ਭੇਜਿਆ ਕਿ ਅਸੀਂ ਪੰਜਾਬ ਦੀ ਜਿਹੜੀ ਪਾਣੀਆਂ ਦੀ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰੀਏ। ਸੋ ਪੂਰੀ ਜਿਹੜੀ ਹੈਗੀ ਆ, ਅਸੀਂ ਨਾ ਤਾਂ ਅਸੀਂ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਹੈਗਾ ਉਹ ਕਰ ਸਕਦੇ ਹਾਂ, ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ ਹੁਣ, ਤੇ ਨਾ ਹੀ ਅਸੀਂ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਆ, ਪੰਜਾਬ ਯੂਨੀਵਰਸਿਟੀ, ਉਹਨੂੰ ਅਸੀਂ ਉਹਦਾ ਕੇਂਦਰੀਕਰਨ ਹੋਣ ਦੇ ਸਕਦੇ ਹਾਂ। ਸੋ ਅਸੀਂ ਜਿਸ ਸਟੇਟ ਦੇ ਵਿੱਚ ਬੈਠੇ ਹਾਂ, ਅਸੀਂ ਆਪਣੀ ਸਟੇਟ ਨੂੰ ਅੱਗੇ ਲੈ ਕੇ ਜਾਵਾਂਗੇ, ਨਾ ਕਿ ਜੋ ਪੰਜਾਬ ਦੇ ਨਾਲ ਹਮੇਸ਼ਾ ਇੱਕ ਮਤਰੇਆ ਜਿਹੜਾ ਹੈਗਾ ਬਿਹੇਵ ਕੀਤਾ ਜਾਂਦਾ, ਉਹਦੇ ਤੇ ਅਸੀਂ ਉਹ ਕਰਾਂਗੇ। ਸਾਡੇ ਜਦੋਂ ਚੰਡੀਗੜ੍ਹ ਬਣਿਆ ਸੀਗਾ, ਸੋ ਜ਼ਿਆਦਾਤਰ ਜਿਹੜੀ ਹੈਗੀ ਆ ਪਿੰਡਾਂ ਦੀ ਜ਼ਮੀਨ ਚੰਡੀਗੜ੍ਹ ਨੂੰ ਗਈ ਸੀ, ਸਾਡੇ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਗਈ ਸੀਗੀ, ਤੇ ਉਦੋਂ 60 ਪੰਜਾਬ ਨੂੰ ਤੇ 40 ਦੀ ਰੇਸ਼ੋ ਹਰਿਆਣੇ ਦੇ ਲਈ ਰੱਖੀ ਗਈ ਸੀਗੀ। ਜਿੰਨੀਆਂ ਵੀ ਜੌਬਸ ਮਿਲਦੀਆਂ ਸੀਗੀਆਂ ਇੱਥੇ 60% ਪੰਜਾਬੀਆਂ ਨੂੰ ਦੇਣੀਆਂ ਹੁੰਦੀਆਂ ਸੀ ਤੇ 40% ਹੁੰਦੀਆਂ ਸੀ ਜਿਹੜੀਆਂ ਹਰਿਆਣੇ ਨੂੰ ਦੇਣੀਆਂ ਹੁੰਦੀਆਂ। ਹੁਣ ਉਲਟਾ ਹੋ ਰਿਹਾ, ਹੁਣ ਸਿਰਫ 40 ਜਾਂ ਉਸ ਤੋਂ ਵੀ ਘੱਟ ਪੰਜਾਬੀਆਂ ਨੂੰ ਮਿਲਦੀਆਂ ਨੇ ਤੇ ਜ਼ਿਆਦਾ ਹਰਿਆਣੇ ਨੂੰ ਮਿਲਦੀਆਂ ਨੇ। ਤੇ ਅਗਰ ਚਲੋ SVL ਦਾ ਮੁੱਦਾ ਜਿਹੜਾ ਹੈਗਾ, ਇਹ ਤਾਂ ਬਹੁਤ ਕੈਪਟਨ ਸਾਹਿਬ ਨੇ ਜਿਹੜੀ ਹੈਗਾ ਸੀ ਇਹਦਾ ਕਹੀ ਚੁੱਕ ਕੇ ਉਹਦਾ ਜਿਹੜਾ ਟੱਕ ਲਗਾਇਆ ਸੀਗਾ। ਸੋ ਅਗਰ ਅਸੀਂ ਪੰਜਾਬ ਦੀ ਦੇਖੀਏ ਇਸ ਵਕਤ, ਸੋ ਅਸੀਂ ਉਪਰਾਲੇ ਕਰ ਰਹੇ ਕਿ ਪੰਜਾਬ ਦੇ ਪਾਣੀ ਨੂੰ ਕਿੱਦਾਂ ਬਚਾਇਆ ਜਾ ਸਕੇ। 10-15 ਸਾਲ ਬਾਅਦ ਕਹਿੰਦੇ ਇਹ ਕੰਡੀਸ਼ਨ ਹੋਣ ਵਾਲੀ ਹੈ ਪੰਜਾਬ ਦੀ ਕਿ ਪੰਜਾਬ ਦਾ ਪਾਣੀ ਇੰਨਾ ਡੂੰਘਾ ਹੋ ਗਿਆ। ਪਹਿਲਾਂ ਬਜ਼ੁਰਗ ਸਾਡੇ ਬੋਰ ਕਰਵਾਉਂਦੇ ਹੁੰਦੇ ਸੀ 70 ਫੁੱਟ ਜਾਂ 80 ਫੁੱਟ ਜਾਂ 150 ਫੁੱਟ ਹੋਣ ਲੱਗ ਗਿਆ ਸੀ, ਉਸ ਤੋਂ ਬਾਅਦ 350 ਫੁੱਟ ਹੋਣ ਲੱਗ ਗਿਆ। ਹੁਣ ਜਿਹੜੇ ਅਸੀਂ ਬੋਰ ਕਰਵਾ ਰਹੇ ਹਾਂ 600 ਫੁੱਟ ਤੇ ਕਰਵਾ ਰਹੇ ਹਾਂ। ਸੋ ਇਹ ਜਿਹੜੇ ਹੈਗਾ ਬੜਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇਨਸਾਨ ਗੱਲ ਕਰਦਾ, ਤੁਸੀਂ ਜਿਸ ਸਟੇਟ ਦੀ ਜਿਸ ਘਰ ਦੇ ਵਿੱਚ ਬੈਠੇ ਆ, ਅਸੀਂ ਪਹਿਲਾਂ ਆਪਣੇ ਬਾਰੇ ਸੋਚਾਂਗੇ, ਫਿਰ ਅਸੀਂ ਸੋਚਾਂਗੇ ਕਿ ਅਗਰ ਸਾਡੇ ਕੋਲ ਬਹੁਤ ਜ਼ਿਆਦਾ, ਅਗਰ ਪੰਜਾਬ ਨੂੰ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਪੰਜਾਬ ਦੇ ਉੱਤੇ 100 ਕੰਡੀਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ। ਸੋ ਇਹ ਚੀਜ਼ਾਂ ਹੈਗੀਆਂ। ਸੋ ਦੂਜਾ ਇੱਕ ਵੱਡਾ ਤੇ ਅਹਿਮ ਮਸਲਾ ਨੈਸ਼ਨਲ ਇਸ਼ੂ ਆ ਅਗਨੀਪਥ। ਪੰਜਾਬ ਪਹਿਲਾ ਸੂਬਾ ਬਣਿਆ ਜਿਹਨੇ ਮਤਾ ਪਾਸ ਕੀਤਾ ਉਹਦੇ ਵਿਰੋਧ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨੌਜਵਾਨ ਕੁਛ ਇੱਕ ਹੈਗੇ, ਰੇਸ਼ੋ ਤਾਂ ਅਜੇ ਕੁਛ ਸਾਹਮਣੇ ਨਹੀਂ ਆਈ, ਲੇਕਿਨ ਕੁਛ ਇੱਕ ਹੈਗੇ ਜਿਹੜੇ ਤਿਆਰੀ ਕਰ ਰਹੇ ਨੇ, ਉਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਹੋਣ ਤੋਂ ਬਾਅਦ ਵੀ ਜੁਆਇਨਿੰਗ ਨਹੀਂ ਹੋਈ, ਤੇ ਇਹੋ ਜਿਹੇ ਵਿੱਚ ਜਿਹੜਾ ਜਿਵੇਂ ਕਿਸਾਨ ਅੰਦੋਲਨ ਦਾ ਵੀ ਤੁਸੀਂ ਜ਼ਿਕਰ ਕੀਤਾ, ਪੰਜਾਬ ਨੇ ਮੂਹਰੇ ਹੋ ਕੇ ਉਹ ਕਿਸ ਤਰੀਕੇ ਨਾਲ ਕਿਸਾਨੀ ਬਿੱਲ ਜਿਹੜੇ ਨੇ ਉਹ ਰੱਦ ਕਰਾਏ, ਤੇ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹਦੇ ਸਮਰਥਨ 'ਚ ਆਏਗੀ ਕਿ ਅਗਨੀਪਥ ਕੈਂਸਲ ਹੋਣਾ ਚਾਹੀਦਾ ਜੇਕਰ ਬਾਕੀ ਸੂਬੇ ਨਾ ਵੀ ਕਰਦੇ? ਬਿਲਕੁਲ ਹੋਣਾ ਚਾਹੀਦਾ ਸਰ। ਮੈਂ ਇੱਕ ਆਰਮੀ ਆਫੀਸਰ ਦੀ ਬੇਟੀ ਹਾਂ। ਸੋ ਆਰਮੀ ਦਾ ਇਹ ਜਦੋਂ ਕੋਈ ਆਰਮੀ ਦੇ ਵਿੱਚ ਜਾਂਦਾ ਹੈ, ਪਹਿਲਾਂ ਤਾਂ ਬੱਚੇ ਬਹੁਤ ਮਿਹਨਤ ਕਰਦੇ ਆ, ਕਿਉਂਕਿ ਆਰਮੀ ਦੇ ਵਿੱਚ ਜਾਣਾ ਹੀ ਇੱਕ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੇ ਲਈ, ਕਿਉਂਕਿ ਮਾਨ ਸਨਮਾਨ ਬਹੁਤ ਮਿਲਦਾ ਹੈ। ਦੂਸਰੀ ਗੱਲ ਇਹ ਹੈ ਕਿ ਐਕਸ ਸਰਵਿਸਮੈਨ ਜਦੋਂ ਰਿਟਾਇਰ ਹੋ ਕੇ ਆਉਂਦੇ ਆ, ਤੁਸੀਂ 28-30 ਸਾਲ ਆਰਮੀ ਦੇ ਵਿੱਚ ਕਰਕੇ ਆਉਂਦੇ ਹੋ, ਤੁਸੀਂ ਜੌਬ ਕਰਕੇ ਆਉਂਦੇ ਹੋ, ਤਾਂ ਤੁਹਾਨੂੰ ਜੋ ਸਨਮਾਨ ਮਿਲਦਾ, ਤੁਹਾਨੂੰ ਇਹ ਐਕਸ ਸਰਵਿਸਮੈਨ ਕਿਹਾ ਜਾਂਦਾ। ਉਹਦੇ ਵਿੱਚ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਨੇ। ਕੈਂਟੀਨ ਦੀ ਜਿਹੜੀ ਹੈਗੀ ਆ ਉਹ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸੁਵਿਧਾ ਮਿਲਦੀ ਹੈ। ECHS ਦੀ ਜਿਹੜੀ ਹੈਗੀ ਆ ਉਹ ਤੁਹਾਨੂੰ ਸੁਵਿਧਾ ਮਿਲਦੀ ਹੈ। ਆਰਮੀ ਪਰਸਨ ਤੇ ਉਹਨਾਂ ਦੀ ਪੂਰੀ ਫੈਮਿਲੀ ਦਾ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਬਿਲਕੁਲ ਫ੍ਰੀ ਦੇ ਵਿੱਚ ਹੁੰਦਾ। ਕਾਰਡਸ ਬਣਦੇ ਆ ECHS ਦੇ, ਤੇ ਉਸ ਦੇ ਉੱਤੇ ਤੁਸੀਂ ਜਿੰਨੇ ਵੀ MH ਹੁੰਦੇ ਆ, ਮੈਡੀਕਲ ਜਿਹੜੇ ਹੈਗੇ ਆ, ਮਿਲਟਰੀ ਹਸਪੀਟਲਸ ਹੁੰਦੇ ਆ, ਤੇ ਜਿੰਨੇ ਵੀ ਇੰਪੈਨਲਡ ਹਸਪੀਟਲਸ ਹੁੰਦੇ ਆ, ਸਾਰੀਆਂ ਦੇ ਵਿੱਚ ਸਿਰ ਉਸ ਕਾਰਡ ਦੇ ਉੱਤੇ ਕੈਸ਼ਲੈਸ ਜਿਹੜਾ ਹੈਗਾ ਉਹ ਟ੍ਰੀਟਮੈਂਟ ਹੁੰਦਾ ਫੈਮਿਲੀ ਦਾ, ਕਿਉਂਕਿ ਇਮਾਨਦਾਰੀ ਵਾਲੀ ਜੌਬ ਹੈ। ਸੋ ਜਦੋਂ ਵੀ ਇੱਕ ਚਾਹੇ ਫੈਮਿਲੀ ਨੂੰ ਉਹ ਬਿਨਾਂ ਕਿਸੇ ਜਿਹੜੇ ਹੈਗੇ ਆ ਦੇਰੀ ਕੀਤੇ ਆਪਣੇ ਪਰਿਵਾਰ ਦਾ ਇਲਾਜ ਕਰਵਾਉਂਦੇ ਆ। ਸੋ ਦੂਸਰੀ ਗੱਲ ਇਹ ਹੈ ਕਿ ਅਗਰ ਕਿਸੇ ਆਰਮੀ ਪਰਸਨ ਨੇ, ਐਕਸ ਸਰਵਿਸਮੈਨ ਨੇ, ਜਾਂ ਆਰਮੀ ਪਰਸਨ ਨੇ ਕੋਈ ਗੱਡੀ ਖਰੀਦਣੀ ਹੈ, ਜਾਂ ਉਹਨਾਂ ਨੇ ਕੋਈ ਬਾਈਕ ਲੈਣੀ ਆ, ਜਾਂ ਉਹਨਾਂ ਨੇ ਫਰਿੱਜ ਲੈਣੀ ਆ ਘਰ ਦੀ, ਜਾਂ TV ਲੈਣਾ, ਉਹਨਾਂ ਨੂੰ ਜਿਹੜਾ ਹੈਗਾ ਟੈਕਸ ਫ੍ਰੀ ਮਿਲਦਾ। ਉਹਨਾਂ ਨੂੰ ਟੈਕਸ ਦੀ ਡਿਡਕਸ਼ਨ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਐਕਚੁਅਲ ਅਮਾਊਂਟ ਪੇ ਕਰਨੀ ਹੁੰਦੀ ਹੈ। ਸੋ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ। ਸੋ ਬਟ ਜਿਹੜੇ ਇਹ ਬੱਚੇ ਹੈ ਜਿਹੜੇ ਪਿਛਲੇ 2 ਸਾਲਾਂ ਤੋਂ ਤਿਆਰੀ ਕਰ ਰਹੇ ਸੀਗੇ, ਉਹ ਬੜੇ 4-4 ਵਜੇ ਉੱਠ ਕੇ ਵਿਚਾਰੇ ਗਰਾਊਂਡਾਂ ਦੇ ਵਿੱਚ ਜਾ ਰਹੇ ਸੀਗੇ ਕਿ ਅਸੀਂ ਆਰਮੀ ਦੇ ਵਿੱਚ ਜਾਣਾ ਹੈ। ਉਹਨਾਂ
ਦੇ ਲਈ ਬੜਾ ਹੀ ਉਹਨਾਂ ਦਾ ਜਿਹੜਾ ਹੈਗਾ, ਇੱਕ ਮੈਂ ਕਹੂੰਗੀ ਕਿ ਉਹਨਾਂ ਦਾ ਦਿਲ ਟੁੱਟਿਆ, ਉਹਨਾਂ ਦਾ ਪਰਿਵਾਰਾਂ ਦਾ, ਕਿਉਂਕਿ ਬੱਚਿਆਂ ਨੂੰ ਕਾਰਡਸ ਤੱਕ ਆ ਚੁੱਕੇ ਸੀ, ਉਹਨਾਂ ਦਾ ਜਿਹੜਾ ਫਿਜ਼ੀਕਲ ਐਗਜ਼ਾਮ ਸੀ ਉਹ ਪਾਸ ਕਰ ਚੁੱਕੇ ਸੀਗੇ, ਲੇਕਿਨ ਕੋਵਿਡ ਦੇ ਕਾਰਨ ਉਹ ਦੇਰੀ ਹੁੰਦੀ ਰਹੀ ਉਹਦੇ ਵਿੱਚ। ਸੋ 4 ਸਾਲ ਬਾਅਦ ਨਾ ਤਾਂ ਉਹਨਾਂ ਨੂੰ ਐਕਸ ਸਰਵਿਸਮੈਨ ਦਾ ਜਿਹੜਾ ਹੈਗਾ ਕੋਟਾ ਮਿਲੇਗਾ, ਐਕਸ ਸਰਵਿਸਮੈਨ ਜੋ ਸ਼ਾਰਟ ਸਰਵਿਸ ਕਮਿਸ਼ਨ ਚੋਂ ਆਉਂਦੇ ਸੀ ਉਹਨਾਂ ਨੂੰ ਐਕਸ ਸਰਵਿਸਮੈਨ ਦਾ ਕੋਟਾ ਮਿਲਦਾ ਸੀਗਾ, ਉਸ ਕਿਉਂਕਿ ਯੰਗ ਏਜ 'ਚ ਆ ਜਾਂਦੇ ਸੀ 5 ਸਾਲ ਬਾਅਦ, ਉਹਨਾਂ ਨੂੰ ਜਿਹੜੀ ਹੈਗੀ ਪੈਨਸ਼ਨ ਨਹੀਂ ਸੀ ਮਿਲਦੀ, ਲੇਕਿਨ ਕੈਂਟੀਨ ਕਾਰਡ ਜਿਹੜਾ ਸੀਗਾ ਉਹਨਾਂ ਦਾ ਬਣ ਜਾਂਦਾ ਸੀਗਾ। ਔਰ ECHS ਦੀ ਫੈਸਿਲਿਟੀ ਵੀ ਉਹਨਾਂ ਨੂੰ ਨਹੀਂ ਮਿਲਦੀ ਸੀ, ਸਿਰਫ ਕੈਂਟੀਨ ਯੂਜ਼ ਕਰ ਸਕਦੇ ਸੀਗੇ ਉਹ। ਇਹਦੇ ਵਿੱਚ ਹੁਣ ਇਹ ਹੈ ਕਿ 4 ਸਾਲ ਬਾਅਦ ਨਾ ਤਾਂ ਉਹਨਾਂ ਨੂੰ ਕਿ ਅਗਰ ਉਹਨਾਂ ਨੇ ਕਿਸੇ ਪੁਲਿਸ ਦੇ ਵਿੱਚ ਜਾਣਾ ਜਾਂ ਉਹਨਾਂ ਨੇ ਕਿਸੇ ਪਟਵਾਰੀ ਲੱਗਣਾ ਜਾਂ ਕਿਸੇ ਹੋਰ 'ਚ, ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲੇਗੀ, ਨਾ ਉਹਨਾਂ ਨੂੰ ਕੈਂਟੀਨ ਦੀ ਜਿਹੜੀ ਫੈਸਿਲਿਟੀ ਮਿਲੇਗੀ, ਨਾ ਉਹਨਾਂ ਨੂੰ ECHS ਦੀ ਸੁਵਿਧਾ ਮਿਲੇਗੀ। ਸੋ 4 ਸਾਲ ਬਾਅਦ ਉਹ ਬੱਚੇ ਕਿੱਥੇ ਜਾਣਗੇ ਇਹ ਹਜੇ ਕਿਸੇ ਨੂੰ ਨਹੀਂ ਪਤਾ। ਦੂਸਰੀ ਗੱਲ ਇਹ ਹੈ ਕਿ ਸਪੋਜ਼ ਕਰੋ ਕਿ ਰੱਬ ਨਾ ਕਰੇ ਕਿ ਆਪਣੀ ਜਿਸ ਤਰ੍ਹਾਂ ਕਾਰਗਿਲ ਦਾ ਯੁੱਧ ਹੋਇਆ ਸੀ ਜਾਂ ਹੋਰ ਬਹੁਤ ਸਾਰੀਆਂ ਵਾਰਸ ਸੀਗੀਆਂ ਜਿਹੜੀਆਂ ਹੋਈਆਂ, ਜਿਹੜੇ ਬੱਚੇ ਨੂੰ ਪਤਾ ਹੈ ਕਿ ਵੀ ਮੈਨੂੰ 3 ਸਾਲ ਬਾਅਦ ਜਾਂ 2 ਸਾਲ ਬਾਅਦ ਮੈਂ ਜਾਂ 6 ਮਹੀਨੇ ਬਾਅਦ ਰਿਟਾਇਰ ਹੋ ਜਾਣਾ, ਸੋ ਤੁਹਾਨੂੰ ਲੱਗਦਾ ਕਿ ਉਸ ਉਤਸ਼ਾਹ ਦੇ ਨਾਲ ਉਹ ਜਾ ਕੇ ਲੜਾਈ ਲੜੇਗਾ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਜਿਹੜਾ ਹੈਗੀਆਂ ਅਸਰ ਪਾਉਂਦੀਆਂ ਨੇ, ਕਿਉਂਕਿ ਕੱਲ ਹਰਜੋਤ ਬੈਂਸ ਜੀ ਨੇ ਵੀ, ਸਾਡੇ ਮੰਤਰੀ ਸਾਹਿਬ ਨੇ, ਉਹਨਾਂ ਨੇ ਵੀ ਇਸ 'ਤੇ ਗੱਲ ਕੀਤੀ ਸੀਗੀ ਹਾਊਸ ਦੇ ਵਿੱਚ। ਉਹਨਾਂ ਨੇ ਵੀ ਦੱਸਿਆ ਕਿ ਅਮਰੀਕਾ ਹੋ ਗਿਆ, ਕੁਛ ਇੱਦਾਂ ਦੇ ਕੰਟਰੀਜ਼ ਹੈਗੇ ਆ ਜਿੱਥੇ 4 ਜਾਂ 5 ਸਾਲ ਲਈ ਕੀਤਾ ਜਾਂਦਾ, ਬਟ ਅਗਰ ਅਸੀਂ ਦੇਖੀਏ ਤਾਂ ਉਹ ਹਮੇਸ਼ਾ ਯੁੱਧ ਹਾਰੇ ਹੈ, ਕਿਉਂਕਿ ਕਾਫੀ ਕਿੰਨੀ % ਹੈਗੇ ਆ ਉੱਥੋਂ ਦੀ ਆਬਾਦੀ ਜਿਹੜੇ ਉਹਨਾਂ ਦੇ ਐਕਸ ਸਰਵਿਸਮੈਨ ਹੋਮਲੈਸ ਹੈ, ਜਿਨ੍ਹਾਂ ਦੇ ਕੋਲ ਬਾਅਦ 'ਚ ਕੋਈ ਨੌਕਰੀ ਨਹੀਂ ਰਹਿੰਦੀ ਜਾਂ ਉਹ ਕੀ ਕਰਨ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਰਕਾਰ ਨੂੰ, ਜਿਹੜੇ ਸੈਂਟਰ ਸਰਕਾਰ ਨੂੰ, BJP ਦੀ ਗਵਰਨਮੈਂਟ ਨੂੰ ਇਹਦੇ 'ਤੇ ਸੋਚਣਾ ਚਾਹੀਦਾ। ਅਸੀਂ ਕਿਤੇ ਨਾ ਕਿਤੇ ਆਪਣੀ ਯੂਥ ਦਾ ਉਤਸ਼ਾਹ ਤੋੜ ਰਹੇ ਹਾਂ, ਦੇਸ਼ ਦੇ ਪ੍ਰਤੀ ਜੋ ਜਜ਼ਬਾ ਉਹਨਾਂ ਦੇ ਵਿੱਚ ਹੈਗਾ ਦੇਸ਼ ਦੀ ਸੇਵਾ ਕਰਨ ਦਾ, ਸੋ ਸਾਨੂੰ ਉਹ ਜਿਹੜਾ ਹੈਗਾ ਉਹ ਮੇਨਟੇਨ ਕਰਕੇ ਰੱਖਣਾ ਚਾਹੀਦਾ, ਨਾ ਕਿ ਉਹਨਾਂ ਨੂੰ ਇੱਕ ਸਿਰਫ ਲੱਗੇ ਕਿ 4 ਸਾਲ ਲਈ ਇੱਕ ਪਿਕਨਿਕ ਦੀ ਤਰ੍ਹਾਂ ਜਾ ਰਹੇ ਆ ਅਤੇ ਪਿਕਨਿਕ ਮਨਾ ਕੇ ਉਹ ਘਰੇ ਵਾਪਸ ਆ ਜਾਣਗੇ। ਸੋ ਇਹ ਚੀਜ਼ਾਂ 'ਤੇ ਜਿਹੜਾ ਹੈਗੀ, ਕਿਉਂਕਿ ਦੇਸ਼ ਦਾ, ਪੂਰੇ ਦੇਸ਼ ਦੇ ਜਿਹੜੇ ਹੈਗਾ, ਇੱਕ ਆਰਮੀ ਦੀ ਬਹੁਤ ਅੱਛੀ ਜੌਬ ਹੈ, ਬਹੁਤ ਰਿਸਪੈਕਟਫੁਲ ਜੌਬ ਹੈ। ਪੇਰੈਂਟਸ, ਸਾਰੇ ਬੱਚੇ ਵੀ, ਅਸੀਂ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਫਾਦਰ ਸਾਹਿਬ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਆ, ਯੁੱਧ ਲੜ ਕੇ ਆਏ ਆ ਕਾਰਗਿਲ ਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ। ਚਲੋ ਅਮਨਦੀਪ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੇ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਤੁਸੀਂ ਸੁਣਿਆ ਕਿ ਅਮਨਦੀਪ ਜੋ ਵਿਧਾਇਕਾ ਨੇ ਮੋਗਾ ਤੇ ਉਹਨਾਂ ਨੇ ਕੀ ਕੁਝ ਕਿਹਾ, ਸਾਡੇ ਕੁਝ ਅਹਿਮ ਸਵਾਲਾਂ ਦਾ ਜਵਾਬ ਦਿੱਤਾ। ਤੇ ਮੈਂ ਸੁਨੀਲ ਕੁਮਾਰ, ਕੈਮਰਾਮੈਨ ਰਜਤ ਦੇ ਨਾਲ, ਜਗਬਾਣੀ TV ਚੰਡੀਗੜ੍ਹ।